पढ़ो, सुनो, देखो ਸਾਹਿਤ ਪਾਠ। ਜਸਵੰਤ ਸਿੰਘ ਕੰਵਲ ਦੁਆਰਾ ਰਚਿਤ ਨਾਵਲ ਰੂਪਧਾਰਾ ਦੇ 8ਵੇਂ ਕਾਂਡ ਦਾ ਇਹ ਤੀਜਾ ਭਾਗ। ਅੱਜ ਉਹ ਆਪੇ ਨੂੰ ਸਚਦੇਵ ਸਿੰਘ ਕੋਲ ਕੋਠੀ ਜਾਣੋਂ ਨਾ ਰੋਕ ਸਕੀ। ਉਹ ਕੋਈ ਵੀ ਉਪਾਅ ਨਹੀਂ ਸੋਚ ਸਕੀ ਅਤੇ ਨਾ ਹੀ ਆਉਣ ਵਾਲੀ ਖਤਰਨਾਕ ਘਟਨਾ ਬਾਰੇ ਕੋਈ ਬੰਦੋਬਸਤ ਹੀ ਕਰ ਸਕੀ ਸੀ। ਕੋਈ ਵੀ ਵਾਹ ਨਾ ਜਾਂਦੀ ਵੇਖ ਕੇ ਉਸ ਸਚਦੇਵ ਕੋਲ ਸਾਰੀ ਗੱਲ ਦਾ ਭਾਂਡਾ ਭੰਨ ਦੇਣ ਦਾ ਮਨ ਬਣਾ ਲਿਆ। ਸਚਦੇਵ ਨੇ ਉਸ ਨੂੰ ਵੇਖਦਿਆਂ ਹੀ ਪੁੱਛਿਆ, ਕੁੜੀਏ ਕੀ ਹੋਇਆ ਏ? ਬਿਮਾਰ ਰਹੀ ਹੈ? ਨਹੀਂ, ਤੁਸੀਂ ਪੜ੍ਹਾ ਕੇ ਮੇਰੀ ਗੱਲ ਸੁਣ ਕੇ ਜਾਣਾ। ਲੋੜ ਗੋਚਰਾ ਪੜ੍ਹਾ ਲਿਆ ਹੈ, ਤੂੰ ਗੱਲ ਦੱਸ। ਸਚਦੇਵ ਨੇ ਚਿੰਤਾ ਅਨੁਭਵ ਕੀਤੀ। ਫਿਰ ਮੇਰੇ ਨਾਲ ਆ ਜਾਵੋ। ਸਚਦੇਵ ਉੱਠ ਕੇ ਉਸ ਦੇ ਨਾਲ ਤੁਰ ਪਿਆ। ਰੂਪ ਦੇ ਹੱਥ ਵਿੱਚ ਕਿਤਾਬ ਸੀ। ਵੇਖਣ ਵਾਲਾ ਸਮਝੇ ਰੂਪ ਮਾਸਟਰ ਜੀ ਤੋਂ ਕੋਈ ਔਖੀ ਗੱਲ ਸਮਝ ਰਹੀ ਹੈ। ਉਹ ਦੋਵੇਂ ਸਕੂਲ ਦੀਆਂ ਗਰਾਊਂਡਾਂ ਵੱਲ ਤੁਰ ਪਏ। ਉਦਾਸ ਪਈ ਰੂਪ ਨੂੰ ਵੇਖ ਕੇ ਸਚਦੇਵ ਦੀ ਧੜਕਣ ਇੱਕ ਪਲ ਲਈ ਘਟੀ ਨਹੀਂ ਸੀ। ਹਾਂ, ਤੂੰ ਛੇਤੀ ਦੱਸ, ਗੱਲ ਕੀ ਏ? ਸਚਦੇਵ ਆਪਣੀ ਆਦਤ ਅਨੁਸਾਰ ਕਾਹਲਾ ਸੀ। ਤੁਸੀਂ ਅਜੈਬ ਸਿੰਘ ਨੂੰ ਜਾਣਦੇ ਹੋ? ਰੂਪ ਦੇ ਦੱਸਣ ਤੇ ਸਚਦੇਵ ਨੇ ਆਪਣੇ ਜ਼ਿਹਨ ਉੱਤੇ ਜ਼ੋਰ ਪਾਇਆ। ਉਸ ਨੂੰ ਜੱਬੂ ਵੀ ਆਖਦੇ ਆ, 6 ਨੰਬਰ ਗਲੀ 'ਚ ਰਹਿੰਦਾ ਏ। ਓਹੋ, ਜੱਬੂ ਡਰਾਈਵਰ? ਰੂਪ ਨੇ ਸਿਰ ਹਿਲਾ ਕੇ ਹਾਂ ਆਖੀ। ਮੈਂ ਕਿਹਾ, ਕਿਹੜਾ ਅਜੈਬ ਸਿੰਘ? ਮਾਸਟਰ ਨੇ ਇਉਂ ਕਿਹਾ ਜਿਵੇਂ ਚੰਗੀ ਤਰ੍ਹਾਂ ਜਾਣਦਾ ਸੀ। ਬਦਮਾਸ਼ ਟਾਈਪ ਬੰਦਾ ਏ, ਸ਼ਰਾਬੀ ਕਬਾਬੀ। ਬਿਲਕੁਲ, ਰੂਪ ਨੇ ਦੱਸਣਾ ਸ਼ੁਰੂ ਕੀਤਾ। ਉਸ ਦਾ ਲੜਕਾ ਸਾਡੇ ਨੇਕ ਦਾ ਜਮਾਤੀ ਸੀ। ਘਰ ਆਉਣ ਜਾਉਣ ਕਰਕੇ ਨੇਕ ਦੀ ਤੇ ਜੱਬੂ ਦੀ ਵਾਕਫੀ ਹੋ ਗਈ। ਸ਼ਰਾਬ ਦੇ ਪਿਆਲੇ ਦੀ ਸਾਂਝ ਨੇ ਉਹਨਾਂ ਨੂੰ ਯਾਰ ਬਣਾ ਦਿੱਤਾ। ਉਸ ਦੇ ਮੁੰਡੇ ਦੇ ਮੰਗਣੇ ਤੇ ਨੇਕ ਰਾਹੀਂ ਉਹਨਾਂ ਮੈਨੂੰ ਤੇ ਸਰਲਾ ਨੂੰ ਘਰ ਸੱਦ ਲਿਆ। ਨੇਕ ਉਹਨੂੰ ਚਾਚਾ ਆਖਦਾ ਸੀ। ਮੇਰਾ ਵੀ ਉਹ ਮੱਲੋ ਮੱਲੀ ਚਾਚਾ ਬਣ ਬੈਠਾ। ਮੂੰਹੋਂ ਤਾਂ ਉਹ ਧੀ ਆਖਦਾ ਰਿਹਾ, ਪਰ ਅੱਖਾਂ ਉਸਦੀਆਂ ਮੁੱਢ ਤੋਂ ਹੀ ਬਦਨੀਅਤ ਸਨ। 10ਵੀਂ ਤੱਕ ਮੈਂ ਤੁਹਾਡੇ ਕੋਲੋਂ ਲੁਕਾ ਰੱਖਿਆ, ਹੁਣ ਵੀ ਮੈਂ ਤੁਹਾਡੇ ਕੋਲ ਹੀ ਜ਼ਿਕਰ ਕੀਤਾ ਹੈ। ਮੈਂ ਸਮਝੀ ਜਾ ਰਿਹਾ ਹਾਂ, ਤੁਸੀਂ ਕੋਈ ਖਿਆਲ ਨਾ ਕਰੋ। ਮਾਸਟਰ ਨੇ ਆਪਣੇ ਵੱਲੋਂ ਤਸੱਲੀ ਦਵਾਈ। ਇਮਤਿਹਾਨ ਦੇ ਕੇ ਮੈਂ ਪਿੰਡ ਚਲੀ ਗਈ। ਹੁਣ ਉਸ ਨੂੰ ਫਿਰ ਪਤਾ ਲੱਗ ਗਿਆ ਹੈ ਕਿ ਮੈਂ ਮਿਸ਼ਨ ਸਕੂਲ 'ਚ ਹਾਂ। ਕੁਝ ਦਿਨ ਹੋਏ ਫਲ ਲੈ ਕੇ ਪ੍ਰਿੰਸੀਪਲ ਦੀ ਕੋਠੀ ਆ ਗਿਆ ਸੀ ਕਿ ਮੈਂ ਆਪਣੀ ਭਤੀਜੀ ਨੂੰ ਮਿਲਣਾ ਹੈ। ਅੱਛਾ, ਸਾਲਾ ਬਦਮਾਸ਼। ਹੈਰਾਨੀ ਵਿੱਚ ਮਾਸਟਰ ਰੂਪ ਦੀ ਗੱਲ ਕੱਟ ਗਿਆ। ਮੈਨੂੰ ਪ੍ਰਿੰਸੀਪਲ ਸਾਹਮਣੇ ਚਾਚਾ ਕਹਿਣਾ ਪੈ ਗਿਆ ਤੇ ਫਲ ਵੀ ਲੈਣੇ ਪੈ ਗਏ। 4 ਦਿਨ ਹੋਏ ਉਸਨੇ ਮੈਨੂੰ ਬਾਹਰ ਗੇਟ ਤੇ ਮੁੜ ਸੱਦਿਆ। ਮੈਂ ਇਰਾਦੇ ਨਾਲ ਚਲੀ ਗਈ ਕਿ ਉਸਦੀ ਲਾਪਾ ਕਰਕੇ ਇਸ ਡਰਾਮੇ ਨੂੰ ਹਮੇਸ਼ਾ ਲਈ ਖਤਮ ਕਰ ਦੇਵਾਂ। ਉਸ ਮੈਨੂੰ ਇਹ ਕਹਿ ਕੇ ਫਿਕਰ ਪਾ ਦਿੱਤਾ ਏ ਕਿ ਮੈਂ ਤੈਨੂੰ ਚੁੱਕ ਕੇ ਲੈ ਜਾਣਾ ਏ, ਨਹੀਂ ਮੇਰੇ ਨਾਲ ਤੁਰ ਪਾਓ। ਰੂਪ ਨੇ ਨੇਕ ਦੇ ਪੈਸੇ ਖਾਣ ਵਾਲੀ ਗੱਲ ਨਾ ਦੱਸੀ। ਅਗਾਂਹ ਆਖਣ ਲੱਗੀ, ਕ੍ਰਿਸ਼ਨਾ ਦੇ ਕੇਸ ਤੋਂ ਡਰਦੀ ਮੈਂ ਪ੍ਰਿੰਸੀਪਲ ਕੋਲ ਨਹੀਂ ਆਖਦੀ। ਅਖੀਰ ਮੈਂ ਤੁਹਾਡੇ ਕੋਲ ਫੁੱਟੀ ਹਾਂ। ਸੌਂ ਮੈਂ ਨਹੀਂ ਸਕਦੀ, ਰੋਟੀ ਮੈਂ ਨਹੀਂ ਖਾ ਸਕਦੀ ਤੇ ਪੜਨ ਦਾ ਤਾਂ ਨਾ ਹੀ ਨਾ ਲਵੋ। ਤੂੰ ਇਸ ਬਿਮਾਰੀ ਨੂੰ ਵਧਣ ਹੀ ਕਿਉਂ ਦਿੱਤਾ? ਪਹਿਲਾਂ ਨਾ ਦੱਸਿਆ। ਸਚਦੇਵ ਨੇ ਬੜਾ ਗੁੱਸਾ ਪ੍ਰਗਟ ਕੀਤਾ। ਮਾਸਟਰ ਜੀ, ਮੈਂ ਦੱਸਦੀ ਕਿਵੇਂ? ਜਿਵੇਂ ਹੁਣ ਦੱਸਿਆ ਏ, ਇਹਨਾਂ ਗੁੰਡਿਆਂ ਨੂੰ ਤਾਂ ਡਾਂਗ ਹੀ ਸੂਤ ਕਰਦੀ ਆ। ਕਾਨੂੰਨ ਵੀ ਕਈ ਵਾਰ ਇਹਨਾਂ ਅੱਗੇ ਅੱਖਾਂ ਮੀਟ ਲੈਂਦਾ। ਮਾਸਟਰ ਨੇ ਹਿੱਕ ਥਾਪੜਦਿਆਂ ਹੌਸਲਾ ਦਿੱਤਾ। ਇਹਦੀ ਐਸੀ ਤੈਸੀ ਉਂਗਲ ਕਰਦੇ ਦੀ। ਤੂੰ ਇੱਕ ਵਾਰ ਮੇਰੇ ਨਾਲ ਪ੍ਰਿੰਸੀਪਲ ਕੋਲ ਆ। ਪ੍ਰਿੰਸੀਪਲ ਕੋਲ? ਰੂਪ ਫੇਰ ਡਰ ਗਈ। ਮੈਂ ਹਰ ਗੱਲ ਦਾ ਜ਼ਿੰਮੇਵਾਰ ਹਾਂ, ਤੂੰ ਆ ਸਹੀ। ਗੁੱਸੇ ਅਤੇ ਰੋਹ ਵਿੱਚ ਸਚਦੇਵ ਦੀਆਂ ਕਦਮਾਂ ਕਾਲੀਆਂ ਸਨ। ਉਸਦੇ ਇੱਕ ਬੂਟ ਦਾ ਤਲਾ ਮੁਰੰਮਤ ਖੁਣੋਂ ਪਾਟਦਾ ਜਾ ਰਿਹਾ ਸੀ। ਉਹ ਦੋਵੇਂ ਉਸੇ ਤਰ੍ਹਾਂ ਹੀ ਪ੍ਰਿੰਸੀਪਲ ਕੋਲ ਆ ਗਏ। ਸ਼੍ਰੀਮਾਨ ਜੀ, ਇਸ ਕੁੜੀ ਨੂੰ ਜਾਣਦੇ ਹੋ? ਸਚਦੇਵ ਦੀ ਗੱਲ ਸੁਣ ਕੇ ਪ੍ਰਿੰਸੀਪਲ ਮੁਸਕਰਾ ਪਿਆ। ਉਸਦਾ ਮਤਲਬ ਸੀ, ਤੂੰ ਗੱਲ ਕਰ। ਇਹ ਕੁੜੀ ਮੇਰੀ ਸ਼ਿਸ਼ ਹੀ ਨਹੀਂ, ਸਿਸਟਰ ਵੀ ਹੈ। ਇੱਕ ਸ਼ਹਿਰ ਦਾ ਬਦਮਾਸ਼ ਇਸ ਨੂੰ ਤੰਗ ਕਰਦਾ ਹੈ। ਮੈਂ ਬਰਦਾਸ਼ਤ ਨਹੀਂ ਕਰ ਸਕਦਾ। ਇਲਾਜ ਤੁਸੀਂ ਕਰਨਾ ਏ ਜਾਂ ਅਸੀਂ ਸ਼ਾਮ ਤੱਕ ਕਰ ਦਈਏ। ਬਸ ਗੱਲ ਹੀ ਇੰਨੀ ਏ। ਇਤਨਾ ਗਰਮ ਹੋਣੇ ਕੀ ਕਿਆ ਬਾਤ ਹੈ ਸਚਦੇਵ? ਪ੍ਰਿੰਸੀਪਲ ਨੇ ਮਾਸਟਰ ਨੂੰ ਠੰਡਿਆ ਪਾਇਆ। ਬਾਤ ਕਿਆ ਹੈ ਬੀਬੀ ਜੀ? ਇੱਥੇ ਆ ਕੇ ਤੰਗ ਕਰਦਾ ਏ। ਜੇ ਮੇਰਾ ਭੂਰਾ ਜਿੰਨਾ ਵੀ ਕਸੂਰ ਨਿਕਲੇ, ਮੈਂ ਮਰਨ ਲਈ ਤਿਆਰ ਹਾਂ। ਰੂਪ ਦੀਆਂ ਅੱਖਾਂ ਭਰ ਆਈਆਂ। ਪ੍ਰਿੰਸੀਪਲ ਸਾਹਿਬ, ਮੈਂ ਗਲਤ ਬੰਦੇ ਬਾਰੇ ਕਦੇ ਸਟੈਂਡ ਨਹੀਂ ਲਈ। ਸਚਦੇਵ ਨੇ ਮੇਜ਼ ਤੇ ਮੁੱਕੀ ਮਾਰੀ। ਪ੍ਰਿੰਸੀਪਲ ਨੇ ਉੱਠ ਕੇ ਕੁੜੀ ਦਾ ਮੋਢਾ ਥਾਪੜਿਆ। बेटी, घबराने की कोई बात नहीं। जब भी कोई ऐसी वैसी बात हो मुझे फौरन पता करना। जी, ਉਹ ਤੁਹਾਡੀ ਹਾਜ਼ਰੀ 'ਚ ਵੀ ਇੱਕ ਵਾਰ ਆਇਆ ਸੀ। ਰੂਪ ਦੇ ਅੰਦਰ ਹਾਲੇ ਵੀ ਇੱਕ ਡਰ ਕੰਬਾ ਛੇੜ ਰਿਹਾ ਸੀ। अरे मुझे याद नहीं, दोबारा खबर करना। अगर बाहर से बदमाश तंग करने लगे तो हमारा इंस्टीट्यूट कैसे चलेगा? प्रिंसिपल ने सचदेव वाल मुंह पुआया। और कोई बात मास्टर जी? बस जी, और सब मेहरबानी। एक कंडा जरूर कढ़ना है, सब ठीक हो जाएगा। प्रिंसिपल ने दोवें हथ हिलाए। ਰੂਪ ਅਤੇ ਸਚਦੇਵ ਪ੍ਰਿੰਸੀਪਲ ਨੂੰ ਸਤਿਕਾਰ ਦੇ ਕੇ ਬਾਹਰ ਆ ਗਏ। ਰੂਪ ਹੌਸਲਾ ਕੱਢ ਆਈ, ਜਿਵੇਂ ਕੋਈ ਚੰਗਾ ਹੋਣ ਦੀ ਰਾਹ ਖੁੱਲ੍ਹ ਗਈ ਸੀ। ਥੋੜੇ ਦਿਨਾਂ ਪਿੱਛੋਂ ਹੀ ਬੁਲਾਵੀ ਹੱਥ ਰੂਪ ਨੂੰ ਫਿਰ ਸੁਨੇਹਾ ਆ ਗਿਆ ਕਿ ਬਾਹਰ ਉਸਦਾ ਚਾਚਾ ਮਿਲਣਾ ਚਾਹੁੰਦਾ ਹੈ। ਰੂਪ ਬੁਲਾਵੀ ਨੂੰ ਨਾਲ ਲੈ ਕੇ ਪ੍ਰਿੰਸੀਪਲ ਸਾਹਿਬ ਕੋਲ ਗਈ। ਜੀ, ਉਹੀ ਬੰਦਾ ਆਇਆ ਏ। ਰੂਪ ਨੇ ਪ੍ਰਿੰਸੀਪਲ ਨੂੰ ਯਾਦ ਕਰਵਾਇਆ।
इन्हां हथ सुनेहा आया है ते बाहर गेट ते खलोता है। दारो, उनको मेरे पास लाओ। प्रिंसीपल ने गुलाबी ਨੂੰ ਹੁਕਮ ਦਿੱਤਾ। ਦਾਰੋ ਚਲੀ ਗਈ। ਪ੍ਰਿੰਸੀਪਲ ਨੇ ਰੂਪ ਨੂੰ ਨਾਲ ਦੇ ਕਮਰੇ ਵਿੱਚ ਬੈਠਣ ਦਾ ਇਸ਼ਾਰਾ ਦਿੱਤਾ। ਰੂਪ ਨਾਲ ਦੇ ਕਮਰੇ 'ਚ ਕੁਰਸੀ ਤੇ ਬਹਿ ਗਈ। ਉਸ ਦੀ ਛਾਤੀ 'ਚ ਬੇਆਵਾਜ਼ ਬੰਬ ਪਾਟੇ ਜਾ ਰਹੇ ਸਨ। ਉਸ ਦੀ ਹੋਸ਼ ਚਕਰਾਈ ਪਈ ਸੀ। ਪਤਾ ਨਹੀਂ ਕੀ ਹੋਣ ਵਾਲਾ ਹੈ, ਪਰ ਕੁਝ ਹੋਵੇਗਾ ਜ਼ਰੂਰ। ਖਬਰੇ ਉਹ ਪੈਸੇ ਲੈਣੇ ਕਹਿ ਦੇਵੇ। ਉਹ ਘਬਰਾ ਗਈ। ਉਸ ਦਾ ਸਾਹ ਕਾਲਾ ਪਿਆ ਹੋਇਆ ਸੀ। ਉਸ ਨੂੰ ਰਹਿ ਸ਼ੱਕਾਂ ਮਾਰ ਰਹੀਆਂ ਸਨ ਕਿ ਸਿੱਟਾ ਪਤਾ ਨਹੀਂ ਕੀ ਨਿਕਲੇ। 2 ਮਿੰਟਾਂ ਪਿੱਛੋਂ ਹੀ ਦਾਰੋ ਦਫ਼ਤਰ ਅੰਦਰ ਵਾਪਸ ਆ ਗਈ। ਜੀ ਉਹ ਆ ਗਏ ਨੇ, ਉनको ਭੇਜ ਦਿਓ ਔਰ ਆਪ ਜਾਓ। ਪ੍ਰਿੰਸੀਪਲ ਨੇ ਆਪਣੇ ਕੰਮ ਦੀ ਨੀਵੀਂ 'ਚੋਂ ਕਿਹਾ। ਝੱਟ ਪਿੱਛੋਂ ਹੀ ਅਜੈਬ ਸਿੰਘ ਨੇ ਸਤਿ ਸ਼੍ਰੀ ਅਕਾਲ ਆਖੀ। ਬੈਠ ਜਾਓ ਸਰਦਾਰ ਜੀ। ਪ੍ਰਿੰਸੀਪਲ ਦਾ ਬੋਲ ਅਤ ਨਰਮ ਅਤੇ ਸੰਜੀਦਾ ਸੀ। ਰੂਪ ਦੀ ਧੜਕਣ ਪਲ ਪਲ ਤੇਜ਼ ਹੁੰਦੀ ਜਾ ਰਹੀ ਸੀ। ਸਰਦਾਰ ਸ਼ਮਲਿਆ ਦਾ ਟੌਰ ਸਜਾਈ ਕੁਰਸੀ 'ਚ ਡਟ ਗਿਆ। ਉਸ ਨੂੰ ਆਸ ਨਹੀਂ ਸੀ ਕਿ ਰੂਪ ਸ਼ਿਕਾਇਤ ਕਰਨ ਦਾ ਜੀਰਾ ਵੀ ਕਰੇਗੀ, ਕਿਉਂਕਿ ਹੁਣ ਤੱਕ ਉਹ ਹਰ ਗੱਲ ਪਿੰਦੀ ਰਹੀ ਸੀ। ਪ੍ਰਿੰਸੀਪਲ ਨੇ ਕਲਮ ਰੱਖ ਦਿੱਤੀ ਤੇ ਪੁੱਛਾਂ ਸ਼ੁਰੂ ਕਰ ਦਿੱਤੀਆਂ। ਕਿਆ ਨਾਮ ਹੈ ਆਪਕਾ? ਜੀ ਅਜੈਬ ਸਿੰਘ। ਦੌਲਤ ਖਾਨਾ। ਸਰਦਾਰ ਦੇ ਸੈਂਟ ਦੀ ਸੁਗੰਧੀ ਪ੍ਰਿੰਸੀਪਲ ਦੇ ਥੱਕੇ ਦਿਮਾਗ ਨੂੰ ਪ੍ਰਫੁੱਲਤ ਕਰ ਰਹੀ ਸੀ। ਜੀ ਇੱਥੇ ਮੋਗੇ ਹੀ ਹੈ। ਕਿਆ ਕੰਮ ਕਰਤੇ ਹੋ? ਜੀ ਮੇਰੇ ਟਰੱਕ ਹੈ। ਜੈਬੂ ਨੂੰ ਦਾਲ 'ਚ ਕਾਲਾ ਰੜਕਣ ਲੱਗ ਪਿਆ। ਕਿਆ ਕੰਮ ਆਏ ਹੋ? ਪ੍ਰਿੰਸੀਪਲ ਦੇ ਸ਼ਬਦਾਂ 'ਚ ਲਗਾਤਾਰ ਸਖਤ ਝੜਾ ਆਈ ਜਾ ਰਿਹਾ ਸੀ। ਜੀ ਮੈਂ ਆਪਣੀ ਭਤੀਜੀ ਨੂੰ ਮਿਲਣ ਆਇਆ ਹਾਂ। ਜੱਬੂ ਬੋਲਦਾ ਬੋਲਦਾ ਥੜਕ ਗਿਆ। कैसी भतीजी? आशिकी बनाते हो? बदमाशी करते हो? अभी सब मालूम हो जाएगा। प्रिंसीपल करड़ा हो गया। नहीं जी। जैबू घबरा गया। उसकी सुध मारी जान लगी। प्रिंसीपल ने टैलीफोन चुक लिया ते बटन दबाते बोलिया, हैलो प्लीज आई वांट डीएसपी ऑफिस। डीएसपी ऑफिस सुनदियां ही जैबू दियां लत्तां कंबण लग पईयां। उस एकदम कुर्सी तो उठदियां प्रिंसीपल दे पैर फट लए। मापिओ बख्श दिओ, मुड़ के नहीं आउंदा। मिन्नत नाल साहब, मैं मारिया जाऊं। ਜੈਬੂ ਦੀਆਂ ਲੇਲੜੀਆਂ ਸੁਣ ਕੇ ਰੂਪ ਇੱਕ ਵਾਰ ਹੀ ਕੁਰਸੀ ਚੋਂ ਨਵੀਂ ਨਰੋਈ ਹੋ ਕੇ ਉੱਠ ਖਲੋਤੀ। तुम जैसे गुंडे लड़कियों को तंग करते रहे, यह स्कूल कैसे चलेगा? मैं तुमको पुलिस को दिए बगैर नहीं छोड़ूंगा। ਪ੍ਰਿੰਸੀਪਲ ਦਾ ਟੈਲੀਫੋਨ ਤੇ ਹੱਥ ਰੱਖਿਆ ਹੋਇਆ ਸੀ। ਜੈਬੂ ਦੇ ਹੱਥ ਜੋੜੇ ਹੋਏ ਸਨ। ਉਸ ਦਾ ਲੂੰ ਪੁਲਿਸ ਦੀ ਮਾਰ ਤੋਂ ਲੜਦਾਈ ਜਾ ਰਿਹਾ ਸੀ। ਸਾਹਬ ਮਾਫ ਕਰ ਦਿਓ, ਇੱਕ ਵਾਰ ਮਾਫ। ਜੇ ਮੈਨੂੰ ਸੜਕਾਂ ਤੇ ਹੀ ਦੇਖ ਲਵੋ, ਨਿਸ਼ੰਗ ਖੇਤ ਪਈ ਕਦੋਂ ਵਾਂਗ ਕਰੋ, ਕਾਨ ਪਕੜੋ। ਜੈਬੂ ਨੇ ਸੁਣਦਿਆਂ ਹੀ ਝੱਟ ਦੋਵੇਂ ਲੋਲਾਂ ਫੜ ਲਈਆਂ। ਕਹੋ ਸਕੂਲ ਕੀ ਸਭ ਬੱਚੀਆਂ ਮੇਰੀ ਬੇਟੀਆਂ हैं। सब बच्चियां मेरियां बेटियां ਹਨ। ਜੈਬੂ ਉਸ ਤਰ੍ਹਾਂ ਹੀ ਦੁਹਰਾ ਗਿਆ। ਨਿਕਲ ਜਾਓ ਯਹਾਂ ਸੇ। ਪ੍ਰਿੰਸੀਪਲ ਨੇ ਇੰਨੀ ਜ਼ੋਰ ਦੀ ਦਬਕਾ ਮਾਰਿਆ ਕਿ ਜੈਬੂ ਦੇ ਦਰਵਾਜ਼ੇ ਤੱਕ ਪੈਰ ਹੀ ਨਾ ਲੱਗੇ। ਉਹ ਲੰਮੀਆਂ ਤੇ ਕਾਲੀਆਂ ਕਦਮਾਂ ਨਾਲ ਸਕੂਲ ਦਾ ਵਿਹੜਾ ਵੀ ਚੀਰ ਗਿਆ। ਰੂਪ ਆਪਣੇ ਆਪ ਪ੍ਰਿੰਸੀਪਲ ਦੇ ਦਫ਼ਤਰ 'ਚ ਆ ਗਈ ਤੇ ਹੱਥ ਜੋੜਦਿਆਂ ਬੋਲੀ, ਜੀ ਤੁਹਾਡੀ ਬਹੁਤ ਹੀ ਮਿਹਰਬਾਨੀ। बेटी, मेहरबानी की क्या बात है? यहाँ हम आपके मास्टर ही नहीं, माँ बाप भी हैं और आपका भी फर्ज है मिशन स्कूल का नाम ऊंचा करो। प्रिंसीपल ने अपने फर्ज वजों कुछ सिक्ख्या दी। अच्छा जाओ। हुलास भरी छाती नाल रूप वापस आ गई। हजारां मन भार उसके दिल दिमाग तो लै गया सी। हुण उसनूं पूर्ण तसल्ली हो गई सी कि बदमाश अक तक नहीं चुकेगा। उसके होंठां चों मुस्कान दा सूरज चढ़ पिया। 1 ਮਹੀਨੇ ਦੀ ਸਿਰਦਰਦੀ ਪਿੱਛੋਂ ਰੂਪ ਦਾ ਦਿਮਾਗੀ ਪੱਧਰ ਸਾਵਾਂ ਹੋ ਗਿਆ। ਉਸ ਹੋਰ ਮਹੀਨੇ ਭਰ ਵਿੱਚ ਪੜ੍ਹਾਈ ਦੇ ਖੱਪੇ ਨੂੰ ਪੂਰ ਲਿਆ। ਪੜ੍ਹਾਈ ਬਰਾਬਰ ਆ ਜਾਣ ਅਤੇ ਜੈਬੂ ਦਾ ਸਤਾਵਾ ਮੁੱਕ ਜਾਣ ਪਿੱਛੋਂ ਉਸ ਦੀ ਸਿਹਤ ਵੀ ਆਪ ਹੀ ਆਪ ਠੀਕ ਹੋ ਗਈ। ਹੁਣ ਇਹ ਹਾਲਤ ਸੀ ਕਿ ਸਰਲਾ ਅਤੇ ਉਸ ਦੀਆਂ ਸਾਥਣਾਂ ਰੂਪ ਤੋਂ ਖੁਸ਼ੀ ਉਧਾਰ ਲੈਂਦੀਆਂ ਸਨ। ਉਹ ਕਿਸੇ ਵੀ ਵਿਦਿਆਰਥਣ ਦੇ ਕੰਮ ਆ ਕੇ ਪ੍ਰਸੰਨਤਾ ਅਨੁਭਵ ਕਰਦੀ ਸੀ। ਸਕੂਲ ਵਿੱਚ ਅਨਪੜ੍ਹਤਾ ਡਰਾਮਾ ਖੇਡਣ ਲਈ ਤਿਆਰੀਆਂ ਹੋਣ ਲੱਗੀਆਂ। ਰੂਪ ਨੇ ਡਰਾਮੇ 'ਚ ਹਿੱਸਾ ਲਿਆ ਅਤੇ ਕੁਦਰਤੀ ਰੋਲ ਦੇ ਕੇ ਸਾਰੇ ਸਕੂਲ 'ਚ ਮੁਖੀ ਕੁੜੀ ਵਾਂਗ ਸਤਿਕਾਰੀ ਜਾਣ ਲੱਗੀ। ਹਰ ਰੋਜ਼ ਚੜ੍ਹਦਾ ਸੂਰਜ ਉਸ ਦੇ ਮਾਣ ਵਿੱਚ ਵਾਧਾ ਕਰ ਰਿਹਾ ਸੀ। ਕਾਲਜ ਵਿੱਚ ਅਜਿਹੀ ਚੀਜ਼ ਕੋਈ ਨਹੀਂ ਆਉਂਦੀ ਸੀ ਜਿਸ ਨੂੰ ਉਹ ਸਮਝ ਨਹੀਂ ਸੀ ਸਕਦੀ। ਸਾਰੀ ਜਮਾਤ ਵਿੱਚ ਉਹ ਹੁਣ ਦਰਮਿਆਨੀ ਪੱਧਰ ਦੀ ਕੁੜੀ ਸੀ। ਇਹਨਾਂ ਦਿਨਾਂ ਵਿੱਚ ਹੀ ਖੁਸ਼ੀ ਵਾਲੀ ਇੱਕ ਹੋਰ ਘਟਨਾ ਵਾਪਰੀ ਜਿਸ ਉਸ ਨੂੰ ਪਾਗਲ ਬਣਾ ਦਿੱਤਾ। ਭਗਵੰਤ ਕਿਸੇ ਰਿਸ਼ਤੇਦਾਰੀ ਵਿੱਚ ਜਾਂਦੀ ਰਾਹ ਵਿੱਚ ਉਤਰ ਪਈ ਸੀ ਤੇ ਉਸ ਨੂੰ ਸਕੂਲ ਮਿਲਣ ਆਈ ਸੀ। ਰੂਪ ਨੇ ਭੈਣ ਨੂੰ ਦੇਖਦਿਆਂ ਸਾਰ ਕਿਤਾਬਾਂ ਵਗਾਹ ਮਾਰੀਆਂ ਅਤੇ ਭਗਵੰਤ ਨੂੰ ਜੱਫੀ 'ਚੋਂ ਨਾ ਛੱਡੇ। ਭਗਵੰਤ ਨੇ ਬੱਚਿਆਂ ਦੀ ਸੁੱਖ ਸੰਦ ਪੁੱਛੀ। ਸਭ ਠੀਕ ਹੈ, ਇਹ ਮੇਰਾ ਕਿਵੇਂ ਹੋ ਗਈਆਂ? ਰੂਪ ਭਗਵੰਤ ਨੂੰ ਜੱਫੀ 'ਚ ਲੈ ਕੇ ਮੰਜੇ ਤੇ ਡਿੱਗ ਪਈ। ਸਰਲਾ ਖੜੀ ਕੀ ਵੇਂਦੀ ਏ? ਟੱਕ ਛਾਪ ਤੋਂ ਚਾਹ ਨਾਲ ਜੋ ਮਿਲਦਾ ਏ ਲੈ ਆ। ਸਰਲਾ ਸੁਣਦੇ ਸਾਰ ਚਲੀ ਗਈ। ਭਗਵੰਤ ਨੇ ਰੂਪ ਦੀ ਇਸ ਲਾਈਨ ਦੀ ਬੜੀ ਪ੍ਰਸ਼ੰਸਾ ਕੀਤੀ। ਚਾਹ ਪੀਣ ਪਿੱਛੋਂ ਉਸ ਰੂਪ ਨੂੰ ਬਾਹਰ ਕੱਢ ਕੇ ਮਤਲਬ ਦੀ ਗੱਲ ਛੇੜੀ। ਤੇਰੇ ਆਖਣ ਤੇ ਮੈਂ ਮੁੰਡਾ ਫਿਰੋਜ਼ਪੁਰ ਵੇਖ ਆਈਆਂ, ਮੈਨੂੰ ਪਸੰਦ ਹੈ। ਹੋਰ ਸਭ ਠੀਕ ਹੈ, ਇੱਕ ਸਹੁਰੇ ਦੇ ਨੁਕਸ ਬਿਨਾਂ। ਰੂਪ ਨੇ ਹੱਸਦਿਆਂ ਆਖਿਆ। ਬੁੜਾ ਮਰੂਗਾ ਨਾ ਉਦੋਂ? ਉਹ ਦੋਵੇਂ ਜ਼ੋਰ ਨਾਲ ਹੱਸ ਪਈਆਂ।
ਬੁੜਾ ਸਾਰਿਆਂ ਨੂੰ ਮਾਰ ਕੇ ਭਾਵੇਂ ਮਰੇ, ਜਿੱਥੇ ਤੂੰ ਏ ਉੱਥੇ ਮੇਰੀ ਸੁੱਖੋਂ ਨੂੰ ਤਕਲੀਫ ਨਹੀਂ ਹੋਵੇਗੀ, ਭਗਵੰਤ ਨੇ ਤਸੱਲੀ ਨਾਲ ਕਿਹਾ। ਰੂਪ, ਚੰਗੇ ਮੁੰਡੇ ਭਾਲੇ ਨਹੀਂ ਮਿਲਦੇ। 2-3 ਘੰਟੇ ਠਹਿਰ ਕੇ ਭਗਵੰਤ ਚਲੀ ਗਈ। ਰਾਤ ਰਹਿਣ ਲਈ ਰੂਪ ਵੀ ਸਕੂਲ ਦੇ ਡਿਸਿਪਲਿਨ ਦੀ ਬੰਨੀ ਜ਼ੋਰ ਪਾ ਕੇ ਨਾ ਆਖ ਸਕੀ। ਤਾਰੇ ਦੇ ਰਿਸ਼ਤੇ ਦੀ ਗੱਲ ਉਹਨਾਂ ਵਿਚਕਾਰ ਇੱਕ ਤਰ੍ਹਾਂ ਪੱਕੀ ਹੋ ਗਈ ਸੀ। ਜਦ ਰੂਪ ਭਗਵੰਤ ਨੂੰ ਰੇਲ ਚੜਾ ਕੇ ਵਾਪਸ ਆਈ, ਗੇਟ ਤੇ ਹੀ ਚਪੜਾਸੀ ਨੇ ਸਰਲਾ ਦੀ ਚਿੱਠੀ ਉਸ ਵੱਲ ਵਧਾ ਦਿੱਤੀ। ਰੂਪ ਨੇ ਬਾਹਰਲੇ ਪਤੇ ਵੱਲ ਸਰਸਰੀ ਨਜ਼ਰ ਮਾਰੀ। ਐਡਰੈਸ ਅਣਜਾਣ ਹੱਥਾਂ ਦਾ ਲਿਖਿਆ ਹੋਇਆ ਸੀ। ਇਹ ਖਤ ਸਰਲਾ ਦੇ ਮਾਸਟਰ ਪਿਤਾ ਦਾ ਬਿਲਕੁਲ ਨਹੀਂ ਸੀ। ਉਹ ਹਮੇਸ਼ਾ ਉਰਦੂ ਵਿੱਚ ਲਿਖਿਆ ਕਰਦੇ ਸਨ ਅਤੇ ਇਸ ਲਿਫਾਫੇ ਉੱਤੇ ਵਿੰਗੀ ਟੇਢੀ ਅੰਗਰੇਜ਼ੀ ਲਿਖੀ ਹੋਈ ਸੀ। ਸਰਲਾ ਨੇ ਰੂਪ ਦੀ ਅਪਣੱਤ ਵਿੱਚ ਲਿਫਾਫਾ ਖੋਲ੍ਹਿਆ। ਸਰਸਰੀ ਨਜ਼ਰ ਮਾਰਦਿਆਂ ਉਸ ਨੂੰ ਡੂੰਘੀ ਸ਼ੱਕ ਪੈ ਗਈ। ਉਸ ਨਵੇਕਲੇ ਜਾ ਕੇ ਖਤ ਪੜ੍ਹਨਾ ਸ਼ੁਰੂ ਕਰ ਦਿੱਤਾ। ਪੰਡਤ ਜੀ ਮਹਾਰਾਜ, ਸਾਹ ਨਾਲ ਯਾਦ ਕਰੀਦਾ ਏ। ਤੂੰ ਪਤਾ ਨਹੀਂ ਕਦੇ ਚੇਤੇ ਕਰਦੀ ਏ ਜਾਂ ਨਹੀਂ। ਸਵਾਰੀਆਂ ਨੂੰ ਟਿਕਟ ਦਿੰਦਿਆਂ ਵੀ ਧਿਆਨ ਤੇਰੇ ਵਿੱਚ ਹੀ ਹੁੰਦਾ ਏ। ਤੂੰ ਪਤਾ ਨਹੀਂ ਕੀ ਤਵੀਤ ਪਿਆਏ ਐ। ਚਿੱਠੀ 'ਚੋਂ ਧਿਆਨ ਛੱਡ ਕੇ ਰੂਪ ਨੇ ਮਨ 'ਚ ਸੋਚਿਆ, ਨੇਕ ਤੋਂ ਬਿਨਾਂ ਹੋਰ ਕੌਣ ਹੋ ਸਕਦਾ? ਇਹ ਲਿਖਤ ਵੀ ਨੇਕ ਦੀ ਜਾਪਦੀ ਹੈ। ਕਿਚਮਿਦ। ਉਸ ਅੱਗੇ ਪੜਿਆ, ਲੈਲਾ ਲੈਲਾ ਪੁਕਾਰੂ ਮੈਂ 92 ਵਾਲੀ ਗੱਲ ਹੋਈ ਪਈ ਹੈ। ਪਿਛਲੇ ਸ਼ਨੀਚਰ ਇਕੱਠਿਆਂ ਕੀ ਸਿਨੇਮਾ ਵੇਖਿਆ, ਜ਼ਿੰਦਗੀ ਦਾ ਲੁਤਫ ਆ ਗਿਆ। ਜੇ ਇਸ ਸ਼ਨੀਚਰ ਵੀ ਮਿਹਰਬਾਨੀ ਹੋ ਜਾਵੇ, ਸਾਰਾ ਹਫਤਾ ਗੁਣ ਗਾਏ ਜਾਣਗੇ। ਮੈਂ ਸ਼ਨੀਚਰ ਨੂੰ ਰੈਸਟ ਲੈਣ ਦੀ ਪੂਰੀ ਕੋਸ਼ਿਸ਼ ਕਰਾਂਗਾ। ਕੋਸ਼ਿਸ਼ ਨਹੀਂ, ਮੇਰੇ ਵੱਲੋਂ ਪੱਕ ਸਮਝੋ। ਤੂੰ ਕੋਈ ਬਹਾਨਾ ਨਾ ਬਣਾ ਲਵੇਂ। ਜਿਹੜਾ ਨਾ ਆਵੇ ਉਸ ਨੂੰ ਮਾਤਾ ਦੀ ਸਹੁੰ। ਤੇਰੇ ਪਿਆਰ ਦਾ ਸ਼ੁਦਾਈ, ਬਸ ਤੇਰਾ ਹੀ। ਚਿੱਠੀ ਪੜ੍ਹ ਲੈਣ ਪਿੱਛੋਂ ਰੂਪ ਨੇ ਡੂੰਘਾ ਸਾਹ ਭਰਿਆ। ਚਲਾਕ ਤਾਂ ਬੜਾ ਏ, ਨਾਂ ਨਹੀਂ ਲਿਖਿਆ ਬਈ ਚਿੱਠੀ ਫੜੀ ਜਾਣ ਤੇ ਮੰਨਣਾ ਨਾ ਪੈ ਜਾਏ। ਖੈਰ, ਇਸ ਵਿੱਚ ਨਾ ਮੰਨਣ ਵਾਲੀ ਕਿਹੜੀ ਗੱਲ ਰਹਿ ਗਈ ਏ। ਉਸ ਤੈਅ ਕਰਦਿਆਂ ਚਿੱਠੀ ਲਿਫਾਫੇ ਵਿੱਚ ਪਾ ਲਈ ਤੇ ਲਿਫਾਫਾ ਜੇਬ ਵਿੱਚ ਦੇ ਲਿਆ। ਉਹ ਸਰਲਾ ਤੇ ਨੇਕ ਬਾਰੇ ਕਿੰਨਾ ਹੀ ਚਿਰ ਗੰਭੀਰ ਸੋਚਦੀ ਰਹੀ। ਇਹ ਸਿਲਸਿਲਾ ਕਦੋਂ ਕੁ ਦਾ ਚੱਲ ਰਿਹਾ। ਇਸ ਸਬੰਧ ਵਿੱਚ ਉਸ ਨੂੰ ਕਈ ਆਪਣੀਆਂ ਹੀ ਬੇਵਕੂਫੀਆਂ ਯਾਦ ਆਈਆਂ। ਨੇਕ ਉੱਤੇ ਉਸ ਨੂੰ ਭੋਰਾ ਅਫਸੋਸ ਨਹੀਂ ਸੀ। ਉਹ ਬਹੁਤ ਸਮੇਂ ਤੋਂ ਉਸ ਨੂੰ ਗਿਆ ਆਇਆ ਮੁੰਡਾ ਸਮਝ ਚੁੱਕੀ ਸੀ, ਪਰ ਸਰਲਾ ਉੱਤੇ ਗੁੱਸਾ ਉਸ ਨੂੰ ਤ੍ਰੇਣੀਆਂ ਲੈ ਚੜ੍ਹਦਾ ਸੀ। ਸ਼ਾਮ ਤੱਕ ਉਸ ਸਰਲਾ ਨਾਲ ਕੋਈ ਗੱਲ ਨਾ ਕੀਤੀ ਤੇ ਨਾ ਹੀ ਉਸ ਨੂੰ ਚਿੱਠੀ ਦਿੱਤੀ। ਜਦ ਉਸ ਆਪਣੇ ਵਲਵਲਿਆਂ ਨੂੰ ਗੰਭੀਰਤਾ ਨਾਲ ਸੈੱਟ ਕਰ ਲਿਆ, ਤਦ ਰਾਤੀ ਉਸ ਨੂੰ ਬਿਸਤਰੇ 'ਚ ਵੜਦੀ ਨੂੰ ਉਠਾ ਲਿਆ ਤੇ ਬਾਹਰ ਸੈਰ ਕਰਨ ਦੇ ਬਹਾਨੇ ਲੈ ਆਈ। ਠੰਡਾ ਉੱਤਰ ਆਈਆਂ ਸਨ। ਚੰਨ ਦੀਆਂ ਹੁਸੀਨ ਕਿਰਨਾਂ ਨੇ ਨਿੰਮ ਦੀ ਸੰਘਣੀ ਛਾਂ ਨੂੰ ਥਾਂ ਤੇ ਪਾੜ ਸੁੱਟਿਆ ਸੀ। ਸਰਲਾ, ਮੈਂ ਤੇਰੇ ਨਾਲ ਇੱਕ ਗੱਲ ਕਰਨ ਲੱਗੀ ਹਾਂ। ਰੂਪ ਨੇ ਸਰਲਾ ਨੂੰ ਗੱਲ ਕਹਿ ਕੇ ਹੈਰਾਨ ਕਰ ਦਿੱਤਾ। ਪਰ ਗੱਲ ਕਰਨ ਤੋਂ ਪਹਿਲਾਂ ਮੈਂ ਪੁੱਛਣਾ ਚਾਹੁੰਦੀ ਹਾਂ, ਤੈਨੂੰ ਮੇਰੇ ਤੇ ਕਿੰਨਾ ਕੁ ਭਰੋਸਾ ਹੈ? ਬਹੁਤ, ਸਰਲਾ ਸੁਭਾਵਕ ਕਹਿ ਗਈ। ਪਿਆਰ? ਰੂਪ, ਤੂੰ ਕਿਹੋ ਜਿਹੀਆਂ ਗੱਲਾਂ ਕਰਦੀ ਹੈ? ਮੈਂ ਤੈਨੂੰ ਸਕੀਆਂ ਭੈਣਾਂ ਨਾਲੋਂ ਵੀ ਵੱਧ ਸਮਝਦੀ ਹਾਂ। ਹੁਣ ਸਰਲਾ ਥੋੜੀ ਦੁਖੀ ਹੋ ਗਈ ਸੀ। ਝੂਠ ਤਾਂ ਨਹੀਂ ਬੋਲੇਂਗੀ? ਰੂਪ ਨੇ ਉਸਦੇ ਮੋਢਿਆਂ ਉੱਤੇ ਹੱਥ ਰੱਖ ਦਿੱਤੇ। ਸਰਲਾ ਨੇ ਬਿਨਾਂ ਕੁਇਆਂ ਹੀ ਸਿਰ ਹਿਲਾ ਕੇ ਨਹੀਂ ਆਖਿਆ। ਪਿਛਲੇ ਸ਼ਨੀਚਰ ਕਿਹਦੇ ਨਾਲ ਸਿਨੇਮਾ ਗਈ ਸੀ? ਸਰਲਾ ਦਾ ਮੂੰਹ ਖੁੱਲ ਕੇ ਰਹਿ ਗਿਆ। ਦਿਲ ਦੇ ਲਹੂ 'ਚ ਤੂਫਾਨੀ ਲਹਿਰਾਂ ਜਾਗ ਪਈਆਂ। ਉਹ ਕੋਈ ਜਵਾਬ ਨਾ ਦੇ ਸਕੀ। ਰੂਪ ਨੇ ਉਸਦੇ ਮੋਢੇ ਘੁੱਟ ਕੇ ਹਿਲਾਉਣੇ। ਸਰਲਾ ਦੀ ਰਹਿੰਦੀ ਖੁੰਦੀ ਹੋਸ਼ ਵੀ ਮਾਰੀ ਗਈ। ਖੈਰ, ਨਾ ਦੱਸ, ਕੋਈ ਗੱਲ ਨਹੀਂ, ਪਰ ਇਸ ਦਾ ਨਤੀਜਾ ਕਦੇ ਸੋਚਿਆ ਏ? ਰੂਪ ਦਾ ਸ਼ਬਦ ਸਰਲਾ ਦੀ ਹਮਦਰਦੀ 'ਚ ਭਿੱਜਾ ਹੋਇਆ ਸੀ। ਭੈਣ, ਮੈਨੂੰ ਮਾਫ ਕਰ ਦੇ। ਮਾਤਾ ਦੀ ਸਹੁੰ, ਮੈਂ ਭੁੱਲ ਕੇ ਵੀ ਅਜਿਹੀ ਗਲਤੀ ਨਹੀਂ ਕਰਾਂਗੀ। ਸਰਲਾ ਨੂੰ ਕੰਬਣੀ ਛਿੜੀ ਹੋਈ ਸੀ। ਹੁਣ ਇਹ ਵੀ ਡਰਦੀ ਸਮਝ ਗਈ ਰੂਪ ਨੂੰ ਸਭ ਕੁਝ ਪਤਾ ਲੱਗ ਚੁੱਕਾ ਹੈ। ਜੇ ਮੈਂ ਤੈਨੂੰ ਭੈਣ ਨਾ ਸਮਝਦੀ ਹੁੰਦੀ, ਕਦੇ ਤੇਰੇ ਨਾਲ ਗੱਲ ਨਾ ਕਰਦੀ। ਰੂਪ ਨੇ ਹੌਕਾ ਲੈ ਕੇ ਆਖਿਆ। ਨੇਕ ਬੇਹੱਦ ਭੈੜਾ ਮੁੰਡਾ ਏ। ਤੂੰ ਆਪਣੇ ਆਪ ਨੂੰ ਕਦੇ ਵੀ ਤਬਾਹ ਕਰ ਲਵੇਂਗੀ। ਜੇ ਤੈਨੂੰ ਆਪਣੇ ਆਪ ਦਾ, ਮੇਰਾ, ਮਾਂ-ਬਾਪ ਦਾ ਅਤੇ ਸਮਾਜ ਦਾ ਭੋਰਾ ਜਿੰਨਾ ਵੀ ਖਿਆਲ ਹੈ, ਤਦ ਨੇਕ ਵਰਗੇ ਬਦਚਲਣ ਮੁੰਡੇ ਦਾ ਦਿਮਾਗ ਵਿੱਚ ਖਿਆਲ ਤੱਕ ਨਾ ਲਿਆਈ। ਇਹ ਜ਼ਿੰਦਗੀ ਬਰਬਾਦ ਕਰ ਦੇਣ ਲਈ ਤਾਂ ਨਹੀਂ, ਤੇ ਨਾ ਹੀ ਇਸ ਦਾ ਸੱਚਾ ਸੁੱਚਾ ਪਿਆਰ ਵਿਵਚਾਰ ਬਣਾ ਦੇਣ ਲਈ ਹੈ। ਨਹੀਂ। ਸਰਲਾ ਰੋਣ ਹਾਕੀ ਅਵਸਥਾ 'ਚੋਂ ਇਉਂ ਕਹਿ ਗਈ ਜਿਵੇਂ ਉਸਦੀ ਸਵੱਛਤਾ 'ਚ ਰੱਤੀ ਜਿੰਨੀ ਵੀ ਮੈਲ ਨਹੀਂ ਆਈ। ਲੈ ਉਹਦਾ ਖਤ। ਭਾਵੇਂ ਉਹ ਮੇਰਾ ਭਰਾ ਹੈ, ਪਰ ਜਿੰਨੀ ਮੈਂ ਉਸ ਨੂੰ ਨਫ਼ਰਤ ਕਰਦੀ ਹਾਂ, ਦੁਨੀਆ ਦੇ ਕਿਸੇ ਮੁੰਡੇ ਨੂੰ ਨਹੀਂ ਕਰਦੀ। ਰੂਪ ਨੇ ਸਰਲਾ ਨੂੰ ਖਤ ਫੜਾ ਦਿੱਤਾ। ਸਰਲਾ ਨੂੰ ਰੂਪ ਦੀ ਨੇਕ ਨਾਲ ਇੰਨੀ ਨਫ਼ਰਤ ਦੀ ਕੋਈ ਸਮਝ ਨਾ ਆਈ। ਉਸ ਰੂਪ ਦੇ ਪਿਆਰ ਪ੍ਰਭਾਵ ਵਿੱਚ ਨੇਕ ਦਾ ਆਇਆ ਖਤ ਬਿਨਾਂ ਪੜ੍ਹਿਆਂ ਹੀ ਪਾੜ ਸੁੱਟਿਆ। ਉਸ ਨੂੰ ਮਾਨਸਿਕ ਤੌਰ ਤੇ ਤਕਲੀਫ ਤਾਂ ਬੜੀ ਹੋਈ, ਪਰ ਜਿੱਥੋਂ ਤੱਕ ਤਲਖ ਹਕੀਕਤ ਦਾ ਵਾਅ ਸੀ, ਸਰਲਾ ਨੂੰ ਰੂਪ ਦੀ ਅਗਵਾਈ 'ਚ ਪੈਰ ਪੁੱਟਣੇ ਹੀ ਪਏ। ਤੁਹਾਡੇ ਚਾਰਟ ਬਣਾ ਦੇਣ ਨਾਲ ਤਾਂ ਮੈਨੂੰ ਹੌਸਲਾ ਹੋ ਗਿਆ ਏ, ਯਾਨੀ ਕਲਾਸ 'ਚੋਂ ਚੌਥੇ 5ਵੇਂ ਨੰਬਰ ਤੇ ਤਾਂ ਆ ਜਾਵਾਂਗੀ। ਰੂਪ ਪ੍ਰਿੰਸੀਪਲ ਦੀ ਕੋਠੀ ਸਚਦੇਵ ਨਾਲ ਗੱਪਾਂ ਮਾਰ ਰਹੀ ਸੀ। ਬੱਚੇ ਪੜ੍ਹਾਈ ਛੱਡ ਕੇ ਖੇਡ ਵਿੱਚ ਰੁੱਝੇ ਹੋਏ ਸਨ। ਰੂਪ ਪ੍ਰੀਖਿਆ ਦੇ ਕੇ ਵਿਹਲੀ ਹੋ ਚੁੱਕੀ ਸੀ ਅਤੇ ਆਥਣ ਸਵੇਰ ਘਰ ਜਾਣ ਵਾਲੀ ਸੀ। ਥੋੜਾ ਸਮਾਂ ਹੀ ਪਹਿਲਾਂ ਉਸ ਪ੍ਰਿੰਸੀਪਲ ਨੂੰ ਧੰਨਵਾਦ ਦਿੱਤਾ ਸੀ ਅਤੇ ਹੁਣ ਸਚਦੇਵ ਦੀਆਂ ਮਿਹਰਬਾਨੀਆਂ ਗੱਲੀਂ ਦੁਹਰਾ ਰਹੀ ਸੀ। ਇਹਨਾਂ ਸਾਰੀਆਂ ਗੱਲਾਂ ਨੂੰ ਛੱਡ। ਮਾਸਟਰ ਨੇ ਉਸ ਦਾ ਧਿਆਨ ਆਪਣੇ ਵੱਲ ਫੇਰਿਆ। ਪਾਸ ਤੂੰ ਹੋ ਹੀ ਜਾਣਾ ਏ।
ਪ੍ਰੈਕਟੀਕਲ ਟ੍ਰੇਨਿੰਗ ਪਿੱਛੋਂ ਬਿਨਾਂ ਇੰਤਜ਼ਾਰ ਤੈਨੂੰ ਕਿਸੇ ਪਿੰਡ ਜਗ੍ਹਾ ਵੀ ਮਿਲ ਜਾਣੀ ਹੈ, ਕਿਉਂਕਿ ਟੀਚਰ ਕੁੜੀਆਂ ਦੀ ਸਾਰੇ ਜ਼ਿਲ੍ਹੇ 'ਚ ਘਾਟ ਹੈ। ਸਭ ਤੋਂ ਜ਼ਰੂਰੀ ਚੀਜ਼ ਸਮਝਣ ਵਾਲੀ ਇਹ ਹੈ ਕਿ ਤੂੰ ਕਿਸੇ ਪਿੰਡ ਜਾ ਕੇ ਬੱਚਿਆਂ ਨਾਲ, ਉਹਨਾਂ ਦੇ ਮਾਪਿਆਂ ਨਾਲ, ਲੋਕਾਂ ਨਾਲ ਤੇ ਉੱਥੋਂ ਦੀ ਪੰਚਾਇਤ ਨਾਲ ਡੀਲ ਕਿਵੇਂ ਕਰਨਾ ਹੈ। ਮਾਸਟਰ ਜੀ, ਸੱਚੀ ਤੁਸੀਂ ਬੜੀ ਮੌਕੇ ਦੀ ਗੱਲ ਕੀਤੀ ਹੈ। ਰੂਪ ਨੇ ਮਾਸਟਰ ਦੀ ਦਾਦ ਦਿੱਤੀ। ਮੈਂ ਤਾਂ ਇਹਨਾਂ ਗੱਲਾਂ ਬਾਰੇ ਸੋਚਿਆ ਤੱਕ ਨਹੀਂ ਸੀ। ਕਈ ਵਾਰ ਲਾਇਕ ਮਾਸਟਰ ਪਿੰਡਾਂ 'ਚ ਜਾ ਕੇ ਵੀ ਫੇਲ ਹੋ ਜਾਂਦੇ ਆ। ਇਸ ਦੀ ਸਭ ਤੋਂ ਵੱਡੀ ਵਜ੍ਹਾ ਇਹ ਹੁੰਦੀ ਹੈ ਕਿ ਉਹਨਾਂ ਕੋਰਸ ਜ਼ਰੂਰ ਰਟੇ ਹੁੰਦੇ ਆ, ਪਰ ਇਸ ਸਮਾਜ ਨੂੰ ਤੇ ਇਸ ਦੇ ਆਪਸੀ ਸਬੰਧਾਂ ਨੂੰ ਬਿਲਕੁਲ ਨਹੀਂ ਪੜ੍ਹਿਆ ਤੇ ਸਮਝਿਆ ਹੁੰਦਾ। ਸਚਦੇਵ ਨੇ ਇਸ ਤਰ੍ਹਾਂ ਉਂਗਲ ਹਿਲਾਈ ਜਿਵੇਂ ਰੂਪ ਦਾ ਜ਼ਿਹਨ ਉਸ ਗੱਲ ਨੂੰ ਪੱਲੇ ਬੰਨ੍ਹ ਲਵੇ। ਪਹਿਲੀ ਗੱਲ, ਤੁਹਾਡਾ ਕੰਮ ਮਿੱਥੇ ਟੀਚੇ ਤੋਂ ਪਹਿਲਾਂ ਕਾਮਯਾਬੀ ਨਾਲ ਪੂਰਾ ਹੋਣਾ ਚਾਹੀਦਾ ਹੈ। ਇਸ ਨਾਲ ਮਾਪਿਆਂ ਤੇ ਪਿੰਡ ਵਾਲਿਆਂ ਨੂੰ ਤੁਹਾਡੇ ਖਿਲਾਫ ਸ਼ਿਕਵੇ ਸ਼ਿਕਾਇਤ ਦਾ ਕਦੇ ਮੌਕਾ ਨਹੀਂ ਪੈਦਾ ਹੋਵੇਗਾ। ਤੁਹਾਡੇ ਅਫਸਰ ਕਿੰਨੇ ਵੀ ਕਮੀਨੇ ਹੋਣ, ਤੁਹਾਡੇ ਕੰਮ 'ਚ ਤੁਹਾਨੂੰ ਝੂਠਿਆ ਨਹੀਂ ਪਾ ਸਕਣਗੇ। ਤੁਹਾਡੀ ਆਣ ਅਣਖ ਦਾ ਸਿਰ ਹਮੇਸ਼ਾ ਉੱਚਾ ਰਹੇਗਾ। ਬਿਲਕੁਲ ਠੀਕ। ਰੂਪ ਇੰਨੇ ਧਿਆਨ ਨਾਲ ਸੁਣਨ ਲੱਗ ਪਈ ਜਿਵੇਂ ਉਸਦੇ ਮਾਸਟਰਾਂ ਨੇ ਸਾਰਾ ਸਾਲ ਇਸ ਤਰ੍ਹਾਂ ਦੀ ਕੰਮ ਦੀ ਗੱਲ ਨਹੀਂ ਦੱਸੀ ਸੀ। ਦੂਜੇ, ਅਸੀਂ 85% ਅਨਪੜ੍ਹ ਹਾਂ ਤੇ ਅਨਪੜ੍ਹਾਂ ਵਿੱਚ ਇੱਕ ਪੜ੍ਹਿਆ ਲਿਖਿਆ ਬੇਵਕੂਫ ਬਣਨੋਂ ਤਦ ਹੀ ਬਚਿਆ ਰਹਿ ਸਕਦਾ ਹੈ ਜੇ ਉਹਨਾਂ ਨੂੰ ਕਿਸੇ ਆਰੇ ਲਾਈ ਰੱਖੇ। ਆਰੇ ਲਾਉਣ ਤੋਂ ਪਹਿਲਾਂ ਪਿੰਡ ਦੀ ਸਮਾਜਿਕਤਾ ਨੂੰ ਸਮਝਣਾ ਬੇਹੱਦ ਜ਼ਰੂਰੀ ਹੈ। ਲੋਕਾਂ ਦਾ ਬੁਨਿਆਦੀ ਪੇਸ਼ਾ ਕੰਮ ਕਰਨ ਵਿੱਚ ਆਪਸੀ ਸੰਬੰਧ ਕਿਸ ਤਰ੍ਹਾਂ ਦੇ ਹਨ। ਪੰਜਾਬ ਆਮ ਕਰਕੇ ਮੱਧ ਵਰਗੀ ਸੂਬਾ ਹੈ। 5-10 ਘਰ ਰੱਜੇ ਪੁੱਜੇ ਹੁੰਦੇ ਹਨ, ਬਾਕੀ ਉਹਨਾਂ ਦੇ ਕਰਜ਼ਈ ਹੁੰਦੇ ਹਨ। ਪੰਜਾਬ ਦੇ ਲੋਕ ਮਿਹਨਤੀ ਹਨ, ਕਰੜੀ ਤਪੱਸਿਆ 'ਚ ਪੂਰੇ ਉਤਰਦੇ ਹਨ, ਪਰ ਇਹਨਾਂ ਨੂੰ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਤਰੱਕੀ ਵੱਲ ਕਿਵੇਂ ਪ੍ਰੇਰਿਆ ਜਾਵੇ, ਆਜ਼ਾਦ ਹੋਣ ਪਿੱਛੋਂ ਸਾਰੇ ਦੇਸ਼ ਦੀ ਬੁਨਿਆਦੀ ਪ੍ਰੋਬਲਮ ਬਣੀ ਹੋਈ ਹੈ। ਮਾਸਟਰ ਨੇ ਰੂਪ ਦੇ ਦਿਮਾਗੀ ਮਿਆਰ ਨੂੰ ਤੋਲਦਿਆਂ ਆਖਿਆ, ਅੱਗੇ ਸੁਣ। ਤੂੰ ਕਿਸੇ ਬੰਦੇ ਨੂੰ ਗੱਲ ਕਹਿਣੀ ਹੈ ਤੇ ਤੇਰੀ ਗੱਲ ਵਿੱਚ ਵਜ਼ਨ ਨਹੀਂ, ਉਹ ਗੱਲ ਨੂੰ ਨਹੀਂ ਸੁਣੇਗਾ। ਜੇ ਗੱਲ ਉਸਦੇ ਮਤਲਬ ਦੀ ਨਹੀਂ, ਉਸ ਤੇ ਅਮਲ ਨਹੀਂ ਕਰੇਗਾ। ਇਸ ਲਈ ਠੋਸ ਗੱਲ ਤੇ ਲੋਕਾਂ ਦੇ ਲਾਭ ਵਾਲੀ ਗੱਲ ਜੇ ਤੁਸੀਂ ਅਨਪੜ੍ਹ ਲੋਕਾਂ ਵਿੱਚ ਲੈ ਕੇ ਜਾਵੋਗੇ ਤਦ ਹੀ ਤੁਹਾਡੇ ਪੈਰ ਜੰਮ ਸਕਣਗੇ। ਮਿਸਾਲ ਦੇ ਤੌਰ ਤੇ ਤੁਹਾਡੇ ਸਕੂਲ ਵਿੱਚ ਕੋਈ ਬਿਲਡਿੰਗ ਨਹੀਂ ਜਾਂ ਮੀਂਹ 'ਚ ਢਹਿ ਪਈ ਹੈ। ਤੁਸੀਂ ਉੱਥੋਂ ਦੇ ਲੋਕਾਂ ਅਤੇ ਪੰਚਾਇਤਾਂ ਨੂੰ ਕਿਵੇਂ ਪ੍ਰੇਰਨਾ ਦੇਵੋਗੇ ਕਿ ਨਵੀਂ ਬਿਲਡਿੰਗ ਖੜੀ ਹੋ ਸਕੇ। ਇੱਥੇ ਆ ਕੇ ਤੁਹਾਨੂੰ ਲੋਕਾਂ ਦੀ ਮਾਨਸਿਕਤਾ ਨੂੰ ਪੜ੍ਹਨਾ ਹੋਵੇਗਾ। ਆਮ ਕਰਕੇ ਸਾਡੇ ਸਮਾਜ ਵਿੱਚ 3 ਤਰ੍ਹਾਂ ਦੀ ਮਾਨਸਿਕ ਭੁੱਖ ਪਾਈ ਜਾਂਦੀ ਹੈ: ਧਾਰਮਿਕ, ਸੱਭਿਆਚਾਰਕ ਅਤੇ ਪ੍ਰਸ਼ੰਸਕ। ਇਹ ਤੁਹਾਡੀ ਆਪਣੀ ਅਕਲ ਦਾ ਕ੍ਰਿਸ਼ਮਾ ਹੋਵੇਗਾ ਕਿ ਤੁਸੀਂ ਲੋਕਾਂ ਦੇ ਬਲ ਤੇ ਜੋਸ਼ ਨੂੰ ਕਿਸ ਤਰ੍ਹਾਂ ਦੇ ਸਾਣ ਉੱਤੇ ਲਾ ਕੇ ਚਮਕਾਉਂਦੇ ਹੋ। ਇਹ ਨਾਲ ਜ਼ਰੂਰ ਯਾਦ ਰਹੇ, ਤੁਹਾਡੇ ਛੋਹੇ ਕੰਮ ਦੀ ਨੀਂਹ ਐਸੀ ਮਜ਼ਬੂਤ ਹੋਣੀ ਚਾਹੀਦੀ ਹੈ ਕਿ ਉਸ ਉੱਤੇ ਸਮਾਜਵਾਦ ਦੀ ਬਿਲਡਿੰਗ ਉਸਾਰੀ ਜਾ ਸਕੇ। ਮੈਂ ਇੱਕ ਮਾਸਟਰ ਦੀ ਮਹਾਨਤਾ ਬਾਰੇ ਅੱਗੇ ਵੀ ਆਖਿਆ ਸੀ ਕਿ ਸਮਾਜਵਾਦ ਕਾਇਮ ਕਰਨ ਲਈ ਜੋ ਕੁਝ ਅੱਜ ਮਾਸਟਰ ਕਰ ਸਕਦਾ ਹੈ, ਇੰਜੀਨੀਅਰ ਵੀ ਨਹੀਂ ਕਰ ਸਕਦੇ। ਮਾਸਟਰ ਹੀ ਇੱਕ ਅਜਿਹੀ ਚੇਤਨ ਜਮਾਤ ਹੈ ਜਿਹੜੀ ਦੇਸ਼ ਦੇ ਹਰ ਹਿੱਸੇ 'ਚ ਵਿਦਿਆਰਥੀਆਂ ਤੇ ਲੋਕਾਂ ਦੇ ਦਿਲ ਦਿਮਾਗ ਨਾਲ ਸਿੱਧਾ ਸੰਬੰਧ ਰੱਖਦੀ ਹੈ। ਸਚਦੇਵ ਨੇ ਇੱਕ ਤਰ੍ਹਾਂ ਆਪਣਾ ਲੈਕਚਰ ਖਤਮ ਕਰ ਦਿੱਤਾ। ਬੁੱਤ ਬਣੀ ਰੂਪ ਨੂੰ ਕਿੰਨਾ ਕੁਝ ਨਵਾਂ ਮਿਲਿਆ ਸੀ। ਉਸਦੇ ਮੂੰਹ ਦਾ ਜਲਾਲ ਨਰੋਏ ਅਨੁਭਵ ਦਾ ਬਾਹਰਲਾ ਰੂਪ ਸੀ। ਉਸਦਾ ਸਿਰ ਭਾਰਾ ਭਾਰਾ ਸੀ। ਫਿਰ ਵੀ ਉਸ ਸਚਦੇਵ ਨੂੰ ਕਿਰਤੱਗ ਨਜ਼ਰਾਂ ਨਾਲ ਵੇਖਦਿਆਂ ਕਿਹਾ, ਮਾਸਟਰ ਜੀ, ਹੁਣ ਮੈਨੂੰ ਇਉਂ ਮਹਿਸੂਸ ਹੁੰਦਾ ਹੈ ਜਿਵੇਂ ਮੈਂ ਕੁਝ ਕਰ ਸਕਾਂਗੀ, ਪਰ ਤੁਹਾਨੂੰ ਨਾਲ ਨਾਲ ਮੇਰੀ ਅਗਵਾਈ ਕਰਨੀ ਹੋਵੇਗੀ। ਦੂਜੇ, ਧੰਨਵਾਦ ਤਾਂ ਮੈਂ ਤੁਹਾਡਾ ਕਰ ਹੀ ਨਹੀਂ ਸਕਦੀ। ਇਹ ਕਿਹੜੀ ਗੱਲ ਹੈ? ਸਚਦੇਵ ਨੇ ਇਸ ਨੂੰ ਬੇਲੋੜੀ ਗੱਲ ਸਮਝਦਿਆਂ ਅਣਸੁਣੀ ਕਰ ਦਿੱਤਾ। ਤੁਸੀਂ ਭਾਵੇਂ ਮੰਨੋ ਭਾਵੇਂ ਨਾ ਮੰਨੋ, ਪਰ ਮੈਂ ਕਦੇ ਬੇਸਿਕ ਨਾ ਕਰ ਸਕਦੀ ਜੇ ਤੁਸੀਂ ਹੌਸਲਾ ਨਾ ਦਿੰਦੇ। ਅੱਛਾ, ਜੇ ਤੂੰ ਸਮਝਦੀ ਏ ਮੈਂ ਤੇਰੇ ਲਈ ਕੁਝ ਕੀਤਾ ਏ, ਤਦ ਮੈਂ ਲਫ਼ਜ਼ੀ ਧੰਨਵਾਦ ਨਾਲ ਪਰਚਣ ਵਾਲਾ ਬੰਦਾ ਨਹੀਂ। ਤੂੰ ਲੋਕਾਂ 'ਚ ਕੰਮ ਕਰਕੇ ਵਿਖਾ, ਮੈਂ ਮੰਨਾਂਗਾ ਤੂੰ ਕੁਝ ਪੜ੍ਹਿਆ ਹੈ, ਸਿੱਖਿਆ ਹੈ। ਕਿਸੇ ਸਿਧਾਂਤ ਦੀ ਵਡਿਆਈ ਉਸਦੇ ਅਮਲ ਅਤੇ ਲਾਭਵੰਦ ਸਿੱਟੇ ਵਿੱਚ ਹੁੰਦੀ ਹੈ ਤੇ ਇਸੇ ਤਰ੍ਹਾਂ ਕਿਸੇ ਸ਼ਖਸੀਅਤ ਦੇ ਸਮਾਜੀ ਬਣੇ ਬਿਨਾਂ ਉਸਦਾ 1 ਪੈਸਾ ਮੁੱਲ ਨਹੀਂ। ਜੇ ਤੂੰ ਕੁਝ ਨਾ ਕੀਤਾ, ਮਹੀਨੇ ਮਗਰੋਂ ਤਨਖਾਹ ਲੈ ਕੇ ਜੇਬ 'ਚ ਪਾਉਂਦੀ ਰਹੀ, ਮੈਂ ਸਮਝਾਂਗਾ ਪੱਥਰ ਨਾਲ ਮੱਥਾ ਮਾਰਿਆ ਸੀ। ਇੰਨੀ ਕਹਿ ਕੇ ਸਚਦੇਵ ਹੱਸ ਪਿਆ। ਨਹੀਂ ਮਾਸਟਰ ਜੀ, ਇਉਂ ਨਾ ਕਹੋ, ਮੇਰੇ ਤੇ ਭਰੋਸਾ ਰੱਖੋ। ਰੂਪ ਨੇ ਦੋਵੇਂ ਹੱਥ ਮੁੱਠਾਂ ਬਣਾਉਂਦਿਆਂ ਹਿਲਾਏ। ਬੇਸਿਕ ਕਰਨ ਦੇ ਸਮੇਂ ਵਿੱਚ ਰੂਪ ਦੀ ਆਪਣੇ ਗੁਰੂ ਨਾਲ ਇਹ ਆਖਰੀ ਮਿਲਣੀ ਸੀ।